लो जी, नासिर मदनी साहब ने खुला चैलेंज करता ਜਿਹੜੇ ਹਾਲਾਤ ਗੁਜ਼ਰਨ ਦੇ ਆ ਜਾਂ ਜਿਹੜੀ ਸਿਚੁਏਸ਼ਨ 'ਚੋਂ ਅੱਜ ਕੱਲ੍ਹ ਉਹ ਗੁਜ਼ਰਨ ਦਾ ਹੈ। ਇੱਕ ਜਗ੍ਹਾ 'ਤੇ ਤਕਰੀਰ ਕਰਦਿਆਂ ਉਹਨਾਂ ਨੇ ਖੁੱਲ੍ਹਾ ਚੈਲੰਜ ਕੀਤਾ। ਚੈਲੰਜ ਦੇ ਬਾਰੇ ਤੁਹਾਨੂੰ ਮਜ਼ੀਦ ਦੱਸਦੇ ਹਾਂ। ਪਹਿਲਾਂ ਮੈਂ ਤੁਹਾਨੂੰ ਦੱਸਦਾ, ਮੈਂ ਚੱਲਾ ਸੀ ਫੈਸਲਾਬਾਦ ਅਤੇ ਮੈਂ ਆਖਿਆ ਯਾਰਾਂ ਦੋਸਤਾਂ ਨੂੰ ਅਪਡੇਟ ਕਰਦੇ ਜਾਈਏ ਮਦਨੀ ਸਾਹਿਬ ਦੀ ਨਵੀਂ ਖਬਰ ਦੇ ਬਾਰੇ। ਲਾਹੌਰ ਸਦਰੇ ਤਕਰੀਰ ਕਰਦੇ ਹੋਇਆ ਹਕੂਮਤ ਦੇ ਉੱਤੇ ਸ਼ਦੀਦ ਤਨਕੀਦ ਕੀਤੀ ਹੈ ਮਦਨੀ ਸਾਹਿਬ ਨੇ, ਅਤੇ ਨਾਲ ਹੀ ਮਰੀਅਮ ਔਰੰਗਜ਼ੇਬ ਨੂੰ ਵੀ ਲਪੇਟਤਾ ਅਤੇ ਬਾਕੀ ਵੀ ਜਿਹੜੇ ਸੀ ਨਾ ਚਿਮਟੇ ਚਮਾੜੇ ਜੋ ਵੀ ਸੀ ਸਾਰਿਆਂ ਨੂੰ। ਅਤੇ ਅੱਗੇ ਗੱਲ ਕਰਦੇ ਹਾਂ ਮਜ਼ੀਦ। ਪਹਿਲੋਂ ਤੁਹਾਨੂੰ ਮੈਂ ਵੀਡੀਓ ਦਿਖਾਲਦਾ, ਵੀਡੀਓ ਦੇਖੋ, ਬਾਅਦ 'ਚ ਆਪਾਂ ਗੱਲ ਕਰਦੇ ਹਾਂ। ਤੇ आज कितने दोस्त अहबाब बैठे हैं, इन्हों असी कह दिए ना कि बिजली डायरैक्ट ना बालो, लै मौलवी तेरे घरों तार लाई है। वाह 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 वाह। वो असी तुहानू कबर की दावत देने, फिक्र की दावत देने, हशर की दावत देने। हुकूमत तो मेरा शुक्रिया अदा करे तो अदा नहीं कर सकती। जिहड़ा काम रियासत ने करना असी करने, सानू किहड़ी तनख्वाह लाई इन्होंने। हर रात जंगलों च जाने, सारे पासे ਜਿਹੜੇ हुक्मरान सानू धमकियां देंदे ने। इन्होंने मैं आना नून लीग वाले मेरे नाल चलो हाँ जरा किसी पिंड, ते रात के 2 बजे हुण ते 2 करोड़ की गड्डी लैके ते कीमती जान लैके जो असीं तबलीग करके वापस हाँ जी दोस्तों, वीडियो तुसीं देखी, सारा मामला जो उन्होंने बयान किया। असल च गल ये कि पहले जमाने दे विच जिहड़े बादशाह हुंदे सी या हुक्मरान हुंदे सी ना, उन्होंने कोशिश करनी कि दूर दराज के इलाकों के विचों या अपने मुल्क के विचों जिथे किते कोई साहब इलम, साहब करदार बंदा उन्होंने टक्करदा सी, लभदा सी ना, उन्होंने लैके ते अपने मुल्क च आउंदे हुंदे सी भी साडे मुल्क च आवे, इत्थे तलीम फैलावे, इलम फैलावे, इहदे नाल रोशनी होवे, लोकां दे मुस्तकबिल सुधरन, लोकां नूं दीन दुनिया की खबर होवे। ते ਉਹ पूरी एक हिसाब ਦਾ ਉਹਨਾਂ ਨੇ ਮਹਿਕਮੇ ਬਣਾਏ ਹੁੰਦੇ ਸੀ ਜਿਹੜੇ ਕਿ ਇਸ ਚੀਜ਼ 'ਤੇ ਕੰਮ ਕਰਦੇ ਸੀ। ਲਾਇਬ੍ਰੇਰੀਆਂ ਬਣਾਉਂਦੇ ਸੀ, ਉਲਮਾ ਨੂੰ ਲੱਭਦੇ ਸੀ, ਜਾਂ ਜਿਹੜੇ ਵੀ ਸਾਹਬੇ ਫਨੋ ਇਲਮ ਹੁੰਦੇ ਸੀ ਉਹਨਾਂ ਲੋਕਾਂ ਨੂੰ ਲੈ ਕੇ ਤੇ ਉਹ ਆਉਂਦੇ ਹੁੰਦੇ ਸੀ। ਤੇ ਅੱਜ ਦਾ ਦੌਰ ਹੋ ਗਿਆ ਉਲਟ। ਅੱਜ ਦੇ ਦੌਰ ਦੇ ਵਿੱਚ ਜਿਹੜਾ ਕੋਈ ਸਾਹਬੇ ਸ਼ਊਰ ਆ ਜਾਂ ਸਾਹਬੇ ਫਹਿਮ ਆ, ਇਲਮ ਵਾਲਾ ਬੰਦਾ ਵਾ, ਜਾਂ ਕੋਈ ਫਨਕਾਰ ਆ, ਜਾਂ ਕੋਈ ਵੀ ਐਸਾ ਬੰਦਾ ਜਿਹਦੇ ਵਿੱਚ ਕਿਸੇ ਕਿਸਮ ਦੇ ਵੀ ਕੋਈ ਵੀ ਖਾਸੀਅਤਾਂ ਔਰ ਖਸੂਸੀਆਤ ਪਾਈ ਜਾਂਦੀ ਹੈ ਨਾ,
ਉਸ ਬੰਦੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਵੀ ਇਹ ਬੰਦਾ ਸਾਡੀ ਹਕੂਮਤ ਵਾਸਤੇ ਖਤਰਾ ਬਣ ਸਕਦਾ, ਲਿਹਾਜ਼ਾ ਇਹਨੂੰ ਇਹਦਾ ਕਲਾ ਕੰਮਾਂ ਕਰ ਦਿਓ। ਤੁਹਾਨੂੰ ਪਤਾ ਹੀ ਆ ਮੁਲਕ ਦੇ ਜੋ ਹਾਲਾਤ ਜਾ ਰਹੇ ਆ, ਅਤੇ ਇਹਨਾਂ ਹਾਲਾਤ ਦੀ ਪੇਸ਼ ਨਜ਼ਰ ਬਹੁਤ ਸਾਰੇ ਲੋਕ ਜਿਹੜੇ ਹੈ ਨਾ ਅਤਾਬ ਦਾ ਸ਼ਿਕਾਰ ਵੀ ਹੋਏ ਆ, ਹਕੂਮਤੀ ਅਤਾਬ ਦਾ। ਅਤੇ ਕੁਛ ਲੋਕ ਖੁੱਲ੍ਹ ਕੇ ਬਿਆਨ ਵੀ ਕਰਦੇ ਪਏ। ਨਾਸਰ ਮਦਨੀ ਸਾਹਿਬ ਵੀ ਉਹਨਾਂ ਲੋਕਾਂ 'ਚੋਂ ਇੱਕ ਉਹ ਬੰਦਾ ਵਾ ਕਿ ਜਿਹੜਾ ਕਿ ਸਰੇਆਮ ਹਕੂਮਤ ਦੇ ਸਮਝ ਲਓ ਕਿ ਘਰ ਦੇ ਵਿੱਚ ਬਹਿ ਕੇ ਹੀ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਦਾ, ਉਹਨਾਂ ਨੂੰ ਹਯਾ ਦਿਵਾਉਂਦਾ ਵੀ ਆਹ ਦੇਖੋ ਇੱਦਾਂ ਦੇ ਮਾਮਲਾਤ ਚੱਲਦੇ ਪਏ ਆ, ਤੁਸੀਂ ਗੁੱਸਾ ਕਰਨ ਦੀ ਬਜਾਏ ਇਹਨਾਂ ਦੀ ਸਲਾਹ ਕਰੋ। ਸਾਡੀਆਂ ਹਕੂਮਤਾਂ ਦਾ ਇਹ ਸ਼ੁਰੂ ਤੋਂ ਵਤੀਰਾ ਰਿਹਾ ਕਿ ਜਿਹੜਾ ਬੰਦਾ ਉਹਨਾਂ ਨੂੰ ਆਈਨਾ ਦਿਖਾਵੇ, ਹੱਕ ਸੱਚ ਦੀ ਗੱਲ ਕਰੇ, ਉਸ ਬੰਦੇ ਨੂੰ ਫੜ ਕੇ ਤੇ ਜੇਲ੍ਹ 'ਚ ਦੇ ਦਿਓ ਅਤੇ ਪਰਚੇ ਕਰਾ ਦਿਓ, ਝੂਠੇ ਪਰਚੇ ਕਰਾ ਦਿਓ, ਤਾਂ ਕਿ ਉਹ ਉੱਧਰ ਹੀ ਉਲਝਿਆ ਰਹੇ ਅਤੇ ਦੂਸਰਾ ਉਹਨੂੰ ਕਿਸੇ ਕਿਸਮ ਦੀ ਸੂਝ ਬੂਝ ਨਾ ਰਹੇ ਵੀ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਨਾ ਇਹ ਬੋਲੇ ਅਤੇ ਨਾ ਸਾਡੇ ਲਈ ਪੰਗਾ ਖੜਾ ਹੋਵੇ। ਬਾਕੀ ਅਸੀਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਉਲਮਾ ਕਰਾਮ ਦਾ ਫਰਜ਼ ਆ, ਇਹਨਾਂ ਦਾ ਦੀਨੀ ਫਰੀਜ਼ਾ ਹੀ ਇਹ ਆ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਨਬੀਆਂ ਦੇ ਵਾਰਿਸ ਹਾਂ, ਤਾਂ ਫਿਰ ਨਬੀਆਂ ਵਾਲਾ ਤਾਂ ਕੰਮ ਕਰਨਾ ਹੀ ਪੈਣਾ ਵਾ। ਉਹਦੇ ਵਾਸਤੇ ਮੁਸ਼ਕਿਲਾਂ ਵੀ ਆਉਂਦੀਆਂ, ਮੁਸੀਬਤਾਂ ਵੀ ਆਉਂਦੀਆਂ, ਪਰੇਸ਼ਾਨੀਆਂ ਵੀ ਕੱਟਣੀਆਂ ਪੈਂਦੀਆਂ, ਜੇਲਾਂ, ਸਾਰਾ ਕੁਛ। ਸਾਡੇ ਪਾਕਿਸਤਾਨ ਦੀ ਤਹਿਰੀਕ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ ਦੇਖ ਲਓ ਕਿਤਨੇ ਉਲਮਾ ਕਰਾਮ ਨੇ ਕੁਰਬਾਨੀਆਂ ਦਿੱਤੀਆਂ, ਕਿੰਨੇ ਜੇਲ੍ਹਾਂ 'ਚ ਗਏ, ਕਿੰਨੇ ਮੁਕੱਦਮਾ ਚੱਲੇ, ਵੀ ਜਿਹਦੇ ਕਿਸੇ ਨੇ ਹੱਕ ਸੱਚ ਦੀ ਖਰੀ ਗੱਲ ਕੀਤੀ ਆ, ਉਸ ਬੰਦੇ ਨੂੰ ਮੁਸੀਬਤਾਂ ਦਾ, ਮੁਸ਼ਕਿਲਾਤ ਦਾ ਸਾਹਮਣਾ ਕਰਨਾ ਹੀ ਪਿਆ। ਅੱਲਾਹ ਪਾਕ ਨਾਸਰ ਮਦਨੀ ਸਾਹਿਬ ਨੂੰ ਸਿਹਤ ਤੰਦਰੁਸਤੀ ਦੇਵੇ। ਸਿੱਧਾ ਸਾਦਾ ਜੱਟ ਜਟਾਣ ਬੰਦਾ, ਉਹਨੇ ਗੱਲ ਵੀ ਉਸੇ ਰੰਗ ਢੰਗ ਨਾਲ ਕਰਨੀ ਹੁੰਦੀ ਆ, ਅਤੇ ਹਕੂਮਤ ਨੂੰ ਚਾਹੀਦਾ ਕਿ ਸਲਾਹ ਕਰੇ ਆਪਣੀ, ਇੱਦਾਂ ਪਰਚੇ ਕਰਾਉਣ 'ਤੇ, ਝੂਠੇ ਪਰਚੇ ਕਰਾਉਣ 'ਤੇ, ਇਹਨਾਂ ਗੱਲਾਂ 'ਤੇ ਤਵੱਜੋ ਨਾ ਦੇਵੇ ਅਤੇ ਮਦਨੀ ਸਾਹਿਬ ਦੀ ਗੱਲ 'ਤੇ ਗੌਰ ਕਰੇ।